ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਨਿਊਜ਼ ਸਪੌਟ ਟੀਵੀ ਤੇ ਮੈਂ ਹਾਂ ਮੋਨਿਕਾ। ਅੱਜ ਅਸੀਂ ਪਹੁੰਚੇ ਹੋਏ ਹਾਂ ਮਲੇਰਕੋਟਲਾ ਦੀ ਪ੍ਰਸਿੱਧ ਜਾਮਾ ਮਸਜਿਦ, ਜਿੱਥੇ ਕਿ ਨਮਾਜ਼ ਪੜ੍ਹਨ ਦੇ ਲਈ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਜਿਹੜੇ ਲੋਕ ਨੇ ਉਹ ਆਏ ਹੋਏ ਨੇ ਤੇ ਰਮਜ਼ਾਨ ਦਾ ਪਾਕ ਪਵਿੱਤਰ ਮਹੀਨਾ ਚੱਲ ਰਿਹਾ ਹੈ। 2 ਦਿਨ ਬਾਅਦ ਈਦ ਵੀ ਹੈ ਤੇ ਈਦ ਨੂੰ ਮਨਾਉਣ ਦੀਆਂ ਜਿਹੜੀਆਂ ਤਿਆਰੀਆਂ ਨੇ ਉਸ ਬਾਬਤ ਅੱਜ ਅਸੀਂ ਇੱਥੇ ਗੱਲਬਾਤ ਕਰਨ ਲਈ ਪਹੁੰਚੇ ਹਾਂ। ਸਾਡੇ ਨਾਲ ਕੁਝ ਲੋਕ ਮੌਜੂਦ ਨੇ, ਆਓ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਐਜਾਜ਼ ਅਹਿਮਦ ਜੀ। ਜਾਮਾ ਮਸਜਿਦ 'ਚ ਤੁਸੀਂ ਜਿਵੇਂ ਹੁਣ ਨਮਾਜ਼ ਪੜ੍ਹ ਕੇ ਬਾਹਰ ਆਏ ਹੋ, ਜੀ, ਠੀਕ ਹੈ, ਤੇ 2 ਦਿਨ ਬਾਅਦ ਈਦ ਵੀ ਹੈ। ਰਮਜ਼ਾਨ ਦਾ ਮਹੀਨਾ ਹੈ ਤੇ ਮੈਂ ਚਾਹਾਂਗੀ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਰਮਜ਼ਾਨ ਦਾ ਮਹੀਨਾ ਕਿੰਨੇ ਦਿਨਾਂ ਦਾ ਹੁੰਦਾ ਹੈ, ਕਿਉਂ ਇਹ ਜਿਹੜੇ ਰੋਜ਼ੇ ਨੇ ਉਹ ਰੱਖੇ ਜਾਂਦੇ ਨੇ? ਬਿਸਮਿल्लाहिर्रहमानिर्रहीम अल्हम्दुलिल्लाहि रब्बिल आलमीन। तमाम तारीफ़ां उस रब्बिल आलमीन ਲਈ जो तमाम जहाना ਦਾ और सारे इंसाना ਦਾ पालनहार है। उसी रब ने एक महीना बहुत खूबसूरत महीना इंसाना ਦੀ ਬਖਸ਼ਿਸ਼ ਲਈ एक इनायत एक तोहफा ਦਿੱਤਾ ਹੈ, ਜਿਸ ਨੂੰ ਰਮਜ਼ਾਨ ਦਾ ਮਹੀਨਾ ਕਿਹਾ ਜਾਂਦਾ ਹੈ। ਔਰ ਵੈਸੇ ਇਸਲਾਮ ਦੇ ਵਿੱਚ ਵੀ ਜਿਸ ਤਰ੍ਹਾਂ ਕਿ ਅੰਗਰੇਜ਼ੀ ਮਹੀਨੇ ਹੁੰਦੇ ਨੇ, ਇਸ ਤਰ੍ਹਾਂ ਹੀ ਇਸਲਾਮਿਕ ਮਹੀਨੇ ਵੀ ਹੁੰਦੇ ਨੇ। ਉਹਨਾਂ ਦੇ ਵਿੱਚੋਂ ਸਭ ਤੋਂ ਮੁਬਾਰਕ ਮਹੀਨਾ ਜਿਹੜਾ ਹੈ ਉਹ ਰਮਜ਼ਾਨ ਦਾ ਮੰਨਿਆ ਜਾਂਦਾ ਹੈ। ਇਸ ਦੇ ਵਿੱਚ ਰੋਜ਼ੇ ਰੱਖਣੇ ਹੁੰਦੇ ਨੇ। रोज़े होंगे ने भी सुबह तो 4 बजे तो लैके तकरीबन शाम 7 बजे तक असी कुछ खाना पीना नहीं होंदा, उस रब की इबादत करनी होंदी है। तो और रोज़े जोड़े होंगे ने 30 या 29 रोज़े होंगे ने। ये चंद के मुताबिक तकरीबन ये 29 भी रोज़े हो जाते हैं किसी साल, और किसी साल 30 रोज़े भी हो जाते हैं। और बहुत ही मुबारक महीना और बड़ी खुशी नाल सारे मुस्लिम रोज़े रखते हैं। और रोज़ियां की जिहड़ी महत्ता मेन की है, क्यों रोज़े रखे जाते हैं कि इंसान अल्लाह की इबादत करने वाला, तकवा मतलब परहेजगार, और इंसान को एक खासियत महसूस होवे और उसने महसूस होवे जिमें मैं अज भुखा रह रहा, मैं प्यासा रह रहा। कोई लोग इस तरह के बहुत ने जड़े इस दुनिया के विच भुखे प्यासे रह रहे हैं, ताकि वो सानू एहसास हो सके और सानू एहसास हो सके भी दुनिया के विच किस तरह गरीब रह रहे हैं, की उन्हें ज़रूरतां ने, किस तरह वो जिंदगी गुजार रहे हैं। इसलिए यह सबर का और शुक्र का महीना है, ताकि इंसान सबर और शुक्र पैदा हो जाए और नेक बन जाए और लोगों की मदद करने वाला बन जाए। ਜੀ। ਤੇ ਸਾਲ ਦੇ ਵਿੱਚ ਕਿੰਨੀ ਵਾਰ ਤੁਸੀਂ ਰੋਜ਼ੇ ਰੱਖਦੇ ਹੋ? साल च वैसे तो रोज़े एक 2 रोज़े सुन्नत होंगे ने जो रखते हैं, महीने अलग अलग दिन होंगे ने। पर एक महीने के साल के पूरे रोज़े फर्ज किए गए हैं मुसलमानों के उपर, जो रखने ही रखने ने। जिस तरह के 5 टाइम की नमाज हर रोज़ पढ़नी है मुसलमानों ने फ़र्ज की गई है, इस तरह ही रोज़े भी ने जोड़े पूरे महीने के एक फ़र्ज किए गए हैं। वो 29 या 30 रोज़े होंगे ने जी। ਤੇ ਇਸ ਸਾਲ 3 ਮਈ ਨੂੰ ਜਿਹੜੀ ਈਦ ਹੈ ਉਹ ਮਨਾਈ ਜਾ ਰਹੀ ਹੈ, ਤੇ ਈਦ ਨੂੰ ਲੈ ਕੇ ਇੱਥੇ ਜਿਹੜੇ ਕਿ ਇੰਤਜ਼ਾਮਾਤ ਨੇ ਉਹ ਕਿਸ ਤਰ੍ਹਾਂ ਦੇ ਨੇ? देखो 3 साल बाद, देखो 2 साल तक कोरोना ਦੇ ਵਿੱਚ ਹੀ ਗੁਜ਼ਰ ਗਏ। कोरोना काल की वजह नाल जो उस टाइम जोश था, मतलब 2 साल ਦੇ ਵਿੱਚ नहीं हो सकिया ना मस्जिदां ਦੇ ਵਿੱਚ अच्छे तरीके ਨਾਲ नमाज हुई है, ईद हुई है ना ईदगाह ਦੇ ਵਿੱਚ ईद हुई है। 2 साल निकलन तो बाद इस बारी पूरे शहर ਦੇ ਵਿੱਚ बहुत जोश ਮੰਨਿਆ ਦੇਖਿਆ ਜਾ ਰਿਹਾ ਮੁਸਲਮਾਨਾਂ ਦੇ ਵਿੱਚ। ਔਰ ਸ਼ਹਿਰ ਦੇ ਵਿੱਚ ਵੀ ਦੇਖੋਗੇ ਜਗ੍ਹਾ ਜਗ੍ਹਾ ਡੈਕੋਰੇਸ਼ਨ ਕੀਤੀ ਗਈ ਹੈ ਮਸਜਿਦਾਂ ਦੀ, ਬਾਜ਼ਾਰਾਂ ਦੇ ਵਿੱਚ। ਤੇ ਇਨਸ਼ਾਅੱਲਾ ਇਸ ਵਾਰੀ ਈਦਗਾਹ ਦੇ ਵਿੱਚ ਵੱਡੀ ਈਦਗਾਹ ਦੀ ਮਲੇਰਕੋਟਲੇ ਦੀ ਹੈ, ਏਸ਼ੀਆ ਦੀ ਸਭ ਤੋਂ ਖੂਬਸੂਰਤ ਈਦਗਾਹ। ਉੱਥੇ ਈਦ 8 ਵਜੇ ਈਦ ਹੋਏਗੀ। ਇਸ ਮਸਜਿਦ ਦੇ ਵਿੱਚ ਜਮਾ ਮਸਜਿਦ 'ਚ ਵੀ ਈਦ ਹੋਏਗੀ ਔਰ ਪੂਰਾ ਜੋਸ਼ ਹੈ और बड़ी खुशी मनाई जा रही है और सब नूं खुशी हो रही है कि असी 2 साल बाद ईद मना रहे हैं। ਜੀ ਬਿਲਕੁਲ, ਜਿਵੇਂ ਤੁਸੀਂ ਕਿਹਾ ਕਿ ਕਰੋਨਾ ਤੋਂ ਬਾਅਦ 2 ਸਾਲ ਬਾਅਦ ਈਦ ਮਨਾਉਣ ਜਾ ਰਹੇ ਹਾਂ, ਤੇ ਮਲੇਰਕੋਟਲਾ ਜ਼ਿਲ੍ਹਾ ਸੀ ਹਿੰਦੂ ਸਿੱਖ ਮੁਸਲਮਾਨ ਦੀ ਭਾਈਚਾਰਕ ਏਕਤਾ ਦਾ ਇੱਕ ਬਹੁਤ ਵੱਡੀ ਮਿਸਾਲ ਹੈ ਮਲੇਰਕੋਟਲਾ ਜ਼ਿਲ੍ਹਾ। ਤੇ ਈਦ ਵਾਲੇ ਦਿਨ ਵੀ ਹੋਰ ਭਾਈਚਾਰੇ ਦੇ ਲੋਕ ਨੇ ਜਿਹੜੇ ਕਿ ਉਹ ਵੀ ਤੁਹਾਡੇ ਨਾਲ ਈਦ ਮਨਾਉਣ ਲਈ ਸ਼ਾਮਿਲ ਹੁੰਦੇ ਨੇ। ਬਿਲਕੁਲ ਬਿਲਕੁਲ ਜੀ, ਬਹੁਤ ਤੁਸੀਂ ਇਸ ਵਾਰੀ ਜਾਂ ਟੀਵੀ ਦੇ ਉੱਪਰ ਮੀਡੀਆ ਦੇ ਵਿੱਚ ਦੇਖਿਆ ਹੀ ਹੋਏਗਾ, ਰੋਜ਼ਾ ਅਫਤਾਰੀ ਦੇ ਟਾਈਮ ਦੇ ਵਿੱਚ ਵੀ ਵੱਖ-ਵੱਖ ਮਸਜਿਦਾਂ ਵਿੱਚ, ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਵਿੱਚ ਹਿੰਦੂ ਮੁਸਲਿਮ ਸਿੱਖ ਆਪਸ ਦੇ ਵਿੱਚ ਰੋਜ਼ਾ ਅਫਤਾਰੀ ਕਰ ਰਹੇ ਨੇ। ਬਹੁਤ ਅੱਛਾ ਭਾਈਚਾਰਾ, ਇੱਕ ਗੁਲਦਸਤਾ ਹੈ। ਤੁਸੀਂ ਜਿਸ ਤਰ੍ਹਾਂ ਕਿ ਇੱਕ ਗੁਲਦਸਤੇ ਦੇ ਵਿੱਚ ਵੱਖ-ਵੱਖ ਕਲਰ ਦੇ ਆਪਾਂ ਫਲਾਵਰ ਹੁੰਦੇ ਨੇ, ਫੁੱਲ ਦੇਖਦੇ ਹੁੰਦੇ ਆ, ਇਸ ਤਰ੍ਹਾਂ ਹੀ ਜਦੋਂ ਰੋਜ਼ਾ ਅਫਤਾਰੀ ਹੁੰਦੀ ਹੈ, ਈਦ ਹੁੰਦੀ ਹੈ, ਸਾਨੂੰ ਵੱਖ-ਵੱਖ ਧਰਮਾਂ ਦੇ ਲੋਕ ਰੋਜ਼ਾ ਅਫਤਾਰੀ ਦੇ ਟਾਈਮ 'ਚ ਵੀ, ਈਦ ਦੇ ਟਾਈਮ 'ਚ ਵੀ ਮਿਲਦੇ ਨੇ ਔਰ ਸਪੈਸ਼ਲ ਸਾਡੇ ਘਰ ਦੇ ਵਿੱਚ ਆ ਕੇ ਸਾਨੂੰ ਮੁਬਾਰਕਬਾਦ ਦੇਣ ਆਉਂਦੇ ਨੇ ਈਦ ਦੀ। ਔਰ ਅਸੀਂ ਸਾਰੇ ਇਕੱਠੇ ਬੈਠ ਕੇ ਸਵਈਆਂ, ਖੀਰ, ਮਿੱਠੀਆਂ ਚੀਜ਼ਾਂ ਖਾਂਦੇ ਆ ਤੇ ਉਸ ਦੇ ਨਾਲ ਬਹੁਤ ਪਿਆਰ ਵੱਧ ਰਿਹਾ ਹੈ। ਔਰ ਤੁਸੀਂ ਇਹ ਮਿਸਾਲ ਮੇਰੇ ਖਿਆਲ ਦੇ ਵਿੱਚ ਮਲੇਰਕੋਟਲੇ ਦੇ ਵਿੱਚੋਂ ਤੁਹਾਨੂੰ ਪੂਰੇ ਪੰਜਾਬ 'ਚ ਮਲੇਰਕੋਟਲੇ ਦੇ ਵਿੱਚ ਹੀ ਮਿਲੇਗੀ, ਜੋ ਆਪਸੀ ਭਾਈਚਾਰਾ ਹੈ
ਜੋ ਇੰਨੀ ਮੁਹੱਬਤ ਇੱਥੇ ਵੱਧ ਰਹੀ ਹੈ। ਇਹਨੂੰ ਮਲੇਰਕੋਟਲੇ ਨੂੰ ਖਾਸ ਕਰਕੇ ਇੱਕ ਗੁਲਦਸਤੇ ਦਾ ਨਾਮ ਦਿੱਤਾ ਜਾ ਰਿਹਾ ਹੈ ਔਰ ਉਮੀਦ ਹੈ ਇਨਸ਼ਾਅੱਲਾ ਅੱਗੇ ਨੂੰ ਵੀ ਇਹ ਇਸ ਤਰ੍ਹਾਂ ਹੀ ਰਹੂਗਾ। ਤੇ ਇਸ ਤੋਂ ਇਲਾਵਾ ਤੁਸੀਂ ਦੱਸਿਆ ਕਿ ਜਿਹੜੇ ਰੋਜ਼ੇ ਨੇ ਉਹ ਹਰ ਮੁਸਲਮਾਨ ਦੇ ਲਈ ਬਹੁਤ ਜ਼ਰੂਰੀ ਨੇ, ਠੀਕ ਹੈ, ਤੇ ਕੀ ਇਹਦੇ ਵਿੱਚ ਬੱਚੇ ਵੀ ਸ਼ਾਮਿਲ ਨੇ? ਕਿੰਨੀ ਕੁ ਉਮਰ ਦੇ ਬੱਚੇ ਨੂੰ ਰੋਜ਼ਾ ਰੱਖਣਾ ਜ਼ਰੂਰੀ ਹੈ? ਦੇਖੋ ਜੋ ਬੱਚਾ ਬਾਲਿਗ ਹੋ ਜਾਂਦਾ ਹੈ, ਮਤਲਬ 12 ਜਾਂ 14 ਸਾਲ ਦਾ ਹੋ ਜਾਂਦਾ ਹੈ, ਉਸ ਤੋਂ ਬਾਅਦ ਰੋਜ਼ਾ ਰੱਖਣਾ ਹਰ ਬੱਚੇ ਦੇ ਉੱਪਰ ਫਰਜ਼ ਹੈ। ਇਸ ਤਰ੍ਹਾਂ ਹੀ ਨਮਾਜ਼ ਵੀ ਉਸੇ ਟਾਈਮ ਫਰਜ਼ ਹੋ ਜਾਂਦੀ ਹੈ ਜਿਸ ਤਰ੍ਹਾਂ ਜਦ ਬਾਲਿਗ ਹੋ ਜਾਂਦਾ ਬੱਚਾ, ਤੇ ਰੋਜ਼ਾ ਵੀ ਉਸ ਟਾਈਮ ਹੀ ਜ਼ਰੂਰੀ ਹੈ। ਤੇ ਮਤਲਬ ਦੇਖੋ ਕਿ ਬੱਚੇ ਤਾਂ ਅਸੀਂ ਕਹਿੰਦੇ ਆ ਕਿ ਬੜੇ ਚੰਚਲ ਸੁਭਾਅ ਦੇ ਹੁੰਦੇ ਨੇ, ਸਾਰਾ ਦਿਨ ਭੁੱਖੇ ਪਿਆਸੇ ਰਹਿਣਾ ਬੱਚਿਆਂ ਲਈ ਔਖਾ ਨਹੀਂ ਲੱਗਦਾ? ਨਹੀਂ, ਬੜੀ ਖੁਸ਼ੀ ਮਹਿਸੂਸ ਹੁੰਦੀ ਹੈ। ਤੁਸੀਂ ਦੇਖੋਗੇ 12 ਸਾਲ ਦੇ 14 ਸਾਲ ਦੇ ਬੱਚੇ ਨਹੀਂ 8-10 ਸਾਲ ਦੇ ਵਿੱਚ ਹੀ ਰੋਜ਼ਾ ਰੱਖਣਾ ਸ਼ੁਰੂ ਕਰ ਦਿੰਦੇ ਨੇ ਔਰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਉਹਨਾਂ ਨੂੰ। ਰੋਜ਼ਾ ਖਾਸ ਕਰਕੇ ਉਹ ਜੁਮੇ ਦੇ ਦਿਨ ਤੋਂ ਰੋਜ਼ਾ ਰੱਖਣਾ ਸ਼ੁਰੂ ਕਰਦੇ ਨੇ ਵੀ ਅੱਜ ਜੁਮੇ ਦਾ ਦਿਨ ਮੁਬਾਰਕ ਦਿਨ ਹੈ ਵੀ ਅੱਜ ਅਸੀਂ ਰੋਜ਼ਾ ਰੱਖੀਏ, ਔਰ ਬਹੁਤ ਖੁਸ਼ੀ ਹੁੰਦੀ ਉਹਨਾਂ ਨੂੰ ਜੀ। ਕੋਈ ਕਿਸੇ ਤਰ੍ਹਾਂ ਦੀ ਮਹਿਸੂਸ ਨਹੀਂ ਹੁੰਦੀ ਉਹਨਾਂ ਨੂੰ। ਇੱਕ ਰੋਜ਼ਾ ਜਿਹੜੀ ਹੈ ਅਸਲ ਦੇ ਵਿੱਚ ਨਾ ਰੋਜ਼ਾ ਤਾਕਤ ਦਿੰਦਾ ਬੰਦੇ ਨੂੰ। ਦੇਖੋ ਸਾਰਾ ਦਿਨ ਅਸੀਂ ਜੋਸ਼ ਭਰਦਾ ਹੈ, ਅਸੀਂ ਸਾਰਾ ਦਿਨ ਐਕਟਿਵ ਰਹਿੰਦੇ ਹਾਂ। ਰੋਜ਼ਾ ਰੱਖਿਆ ਹੁੰਦਾ ਐਕਟਿਵ ਰਹਿੰਦੇ ਹਾਂ। ਜਦੋਂ ਰੋਜ਼ਾ ਖੁੱਲ੍ਹ ਜਾਂਦਾ ਅਸੀਂ ਰੋਜ਼ਾ ਅਫਤਾਰੀ ਕਰ ਲੈਂਦੇ ਹਾਂ, ਉਸ ਤੋਂ ਬਾਅਦ ਅਸੀਂ ਪਾਣੀ ਪੀ ਲੈਂਦੇ ਹਾਂ, ਖਾਣਾ ਖਾ ਲੈਂਦੇ ਹਾਂ, ਜਿਸਮ ਸਾਡਾ ਨਿਢਾਲ ਹੋ ਜਾਂਦਾ ਹੈ। ਮਤਲਬ ਉਸ ਟਾਈਮ ਅਸੀਂ ਚਾਹੁੰਦੇ ਹਾਂ ਵੀ ਥੋੜ੍ਹੀ ਦੇਰ ਰੈਸਟ ਕਰੀਏ। ਕਹਿਣ ਦਾ ਮਤਲਬ ਰੋਜ਼ਾ ਹੈ ਜਿਹੜਾ ਉਹ ਇਨਸਾਨ ਨੂੰ ਤਾਕਤ ਦਿੰਦਾ ਹੈ। ਜੀ ਬਿਲਕੁਲ, ਜਿਵੇਂ ਕਿ ਹਿੰਦੂ ਭਾਈਚਾਰੇ ਦੇ ਵਿੱਚ ਵਰਤ ਰੱਖੇ ਜਾਂਦੇ ਨੇ ਸੋਮਵਾਰ ਦੇ ਜਾਂ ਨਵਰਾਤਰੀ ਦੇ ਜਾਂ ਹੋਰ ਕਈ ਦਿਨਾਂ ਦੇ ਜਿਹੜੇ ਵਰਤ ਹੁੰਦੇ ਨੇ ਉਹ ਕੀਤੇ ਜਾਂਦੇ ਨੇ, ਇਸੇ ਤਰ੍ਹਾਂ ਮੁਸਲਿਮ ਭਾਈਚਾਰਾ ਵੀ ਰੋਜ਼ੇ ਰੱਖਦੇ ਨੇ। ਕਿ ਇੱਕ ਗੱਲ ਇਹਨਾਂ ਨੇ ਬਹੁਤ ਸਹੀ ਕਹੀ ਹੈ ਕਿ ਇੱਕ ਦਿਨ ਭੁੱਖੇ ਰਹਿੰਦੇ ਨੇ। ਹਿੰਦੂ ਤਾਂ ਜਿਵੇਂ ਵਰਤ ਹੁੰਦੇ ਨੇ ਕਿ ਉਹਨਾਂ ਦੇ ਘੱਟ ਹੁੰਦੇ ਨੇ, ਪਰ ਇਹ ਪੂਰੇ 30 ਦਿਨ ਜਿਹੜੇ ਕਿ ਭੁੱਖੇ ਪਿਆਸੇ ਰਹਿਣਾ ਉਹ ਬੜਾ ਹੀ ਇੱਕ ਚੈਲੰਜ ਵਾਲਾ ਕੰਮ ਵੀ ਹੈ। ਤੇ ਐਕਟਿਵਨੈਸ ਜਿਹੜੀ ਇਹ ਮਹਿਸੂਸ ਕਰਦੇ ਨੇ, ਕਿਉਂਕਿ ਜਦੋਂ ਆਪਾਂ ਰੂਹਾਨੀਅਤ ਦੇ ਨਾਲ ਰੱਬ ਦੇ ਨਾਲ ਜੁੜ ਜਾਂਦੇ ਆ ਤਾਂ ਆਪਣੇ ਆਪ ਹੀ ਸਰੀਰ ਨੂੰ ਜਿਹੜੀ ਉਹ ਤਾਕਤ ਮਿਲਦੀ ਹੈ ਇੱਕ ਭੁੱਖ ਸਹਿਣ ਕਰਨ ਦੀ। ਤੇ ਸਬਰ ਹੈ ਜਿਹੜਾ ਉਸ ਦਾ ਕਹਿੰਦੇ ਨੇ ਕਿ ਫਲ ਹਮੇਸ਼ਾ ਮਿੱਠਾ ਹੀ ਹੁੰਦਾ ਹੈ। ਸਾਡੇ ਨਾਲ ਕੁਝ ਹੋਰ ਲੋਕ ਵੀ ਮੌਜੂਦ ਨੇ, ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ, ਕੀ ਨਾਮ ਹੈ? ਮੁਹੰਮਦ ਖਾਲਿਦ ਜੀ। ਤੁਸੀਂ ਈਦ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਸਾਡੇ ਦਰਸ਼ਕਾਂ ਨੂੰ ਕੀ ਸੰਦੇਸ਼ ਦਵੋਗੇ? ਇਸ ਵਾਰ ਮਾਸ਼ਾਅੱਲਾ 2 ਸਾਲ ਬਾਅਦ ਈਦ ਮਨਾਵਾਂਗੇ। ਪਿਛਲੇ 2 ਸਾਲ ਹੋ ਗਏ ਲੋਕਡਾਊਨ 'ਚ ਈਦ ਨਹੀਂ ਮਨਾਈ ਗਈ, ਲੋਕਾਂ ਨੇ ਈਦ ਘਰ ਪੜ੍ਹੀ ਸੀ। ਇਸ ਵਾਰ ਮਾਸ਼ਾਅੱਲਾ ਪੂਰੇ ਸ਼ਹਿਰ 'ਚ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ। ਹਰ ਗਲੀ ਹਰ ਬਾਜ਼ਾਰ ਸਜੇ ਹੋਏ ਨੇ। ਸਭ ਮੁਸਲਮਾਨ ਭਾਈਆਂ ਨੂੰ ਮੁਹੱਬਤ ਹੈ ਵੀ ਈਦਗਾਹ 'ਚ ਜਮਾ ਮਸਜਿਦ 'ਚ ਔਰ ਈਦਗਾਹ 'ਚ ਈਦ ਹੋਊਗੀ। ਈਦ ਦੀ ਨਮਾਜ਼ ਉੱਥੇ ਅਦਾ ਕਰਾਂਗੇ। ਸਭ ਬਹੁਤ ਲੋਕ ਖੁਸ਼ ਨੇ ਮਾਸ਼ਾਅੱਲਾ, ਹਿੰਦੂ ਮੁਸਲਿਮ ਸਿੱਖ ਸਭ ਭਾਈ ਖੁਸ਼ ਨੇ ਵੀ ਈਦ 2 ਸਾਲ ਬਾਅਦ ਤਿਉਹਾਰ ਮਨਾਉਣ। ਤੇ ਦੇਖੋ ਕਿ ਮਲੇਰਕੋਟਲਾ ਦਾ ਇਤਿਹਾਸ ਬੜਾ ਹੀ ਸੁਨਹਿਰਾ ਹੈ, ਬੜਾ ਹੀ ਰਿਚ ਹੈ। ਤੇ ਜਾਮਾ ਮਸਜਿਦ ਦੇ ਵਿੱਚ ਇਸ ਸਮੇਂ ਅਸੀਂ ਮੌਜੂਦ ਹਾਂ, ਇੱਥੋਂ ਦਾ ਕੀ ਇਤਿਹਾਸ ਹੈ? ਅਸੀਂ ਜਮਾ ਮਸਜਿਦ ਦੇ ਪੜੋਸੀ ਹਾਂ। ਇਹ ਮਸਜਿਦ ਦਾ ਇਤਿਹਾਸ ਹੈ ਕਿ ਇਹ ਮਸਜਿਦ 550 ਸਾਲ ਪੁਰਾਣੀ ਹੈ। ਇਹ ਸਾਰੀਆਂ ਮਸਜਿਦਾਂ ਬੜੀ ਮਸਜਿਦ ਆ। ਔਰ ਖਾਸ ਕਰ ਅਗਰ ਤੁਸੀਂ ਪੂਰੇ ਸ਼ਹਿਰ 'ਚ ਜਮਾ ਮਸਜਿਦ ਬਾਰੇ ਵੀ ਪੁੱਛੋ ਕਿ ਜਮਾ ਮਸਜਿਦ ਕਿੱਥੇ ਆ, ਤਾਂ ਤੁਹਾਨੂੰ ਹਰ ਇੱਕ ਬੱਚਾ ਗੈਰ ਮੁਸਲਿਮ ਤੱਕ ਵੀ ਤੁਹਾਨੂੰ ਦੱਸ ਦੇਣਗੇ, ਹਿੰਦੂ ਵੀ ਦੱਸ ਦੇਣਗੇ ਵੀ ਫਲਾਣ ਜਮਾ ਮਸਜਿਦ ਆ। ਇੱਥੇ ਦਾ ਇਤਿਹਾਸ ਬਹੁਤ ਪੁਰਾਣਾ। ਇਹਦੇ ਜਿਹੜੇ ਇਮਾਮ ਨੇ ਉਹ ਸ਼ਾਹੀ ਇਮਾਮ ਨੇ, ਜਿਨ੍ਹਾਂ ਨੂੰ ਯਾਨੀ ਬੜੇ ਅਦਬ ਦੇ ਨਾਲ, ਬੜੀ ਯਾਨੀ ਪਿਆਰ ਮੁਹੱਬਤ ਦੇ ਨਾਲ ਦੇਖਿਆ ਜਾਂਦਾ, ਕਿਉਂਕਿ ਇਹ ਸਾਰਿਆਂ ਨੇ ਇਮਾਮਾਂ ਦੇ ਸਰਦਾਰ ਨੇ ਇੱਕ ਤਰ੍ਹਾਂ ਦੇ ਜਿਹੜੇ ਇੱਥੇ ਦੇ ਇਮਾਮ ਨੇ। ਔਰ ਇਹੀ ਇਮਾਮ ਈਦਗਾਹ ਦੇ ਅੰਦਰ ਨਮਾਜ਼ ਪੜ੍ਹਾਉਂਦੇ ਨੇ। ਸਮਝ ਲਓ ਜਿਸ ਤਰ੍ਹਾਂ ਇੱਕ ਹੈੱਡ ਹੁੰਦਾ, ਉਸੇ ਤਰੀਕੇ ਨਾਲ ਜਿਹੜੇ ਇਮਾਮ ਨੇ ਹੈੱਡ ਨੇ। ਜੋ ਇੱਥੋਂ ਬਾਤ ਹੋਊਗੀ ਉਹ ਸਾਰੇ ਸ਼ਹਿਰ ਦੀ ਮਸਜਿਦਾਂ 'ਚ ਜਾਊਗੀ, ਜੋ ਉੱਥੇ ਦੀ ਰਾਏ ਹੋਊਗੀ ਉਹ ਸਾਰੀ ਮਸਜਿਦਾਂ ਦੀ ਰਾਏ ਹੋਊਗੀ। ਇਸ ਕਰਕੇ ਜਮਾ ਮਸਜਿਦ ਪੂਰੇ ਸ਼ਹਿਰ 'ਚ ਇੱਕੋ ਹੀ ਹੁੰਦੀ ਆ। ਇੱਥੇ ਜੁਮੇ ਦੀ ਨਮਾਜ਼ ਵੀ ਹੁੰਦੀ ਆ, ਇਸ ਤੋਂ ਇਲਾਵਾ 5 ਨਮਾਜ਼ਾਂ ਵੀ ਪੜ੍ਹੀਆਂ ਜਾਂਦੀਆਂ ਨੇ ਔਰ ਈਦ ਦੀ ਨਮਾਜ਼ ਵੀ ਪੜ੍ਹੀ ਜਾਂਦੀ ਆ ਜੀ। ਤੇ ਹੁਣ ਜਿਵੇਂ ਕਿ ਮੈਂ ਨੀਚੇ ਵੀ ਗੱਲ ਕਰ ਰਹੀ ਸੀ ਕਿਸੇ ਦੁਕਾਨਦਾਰ ਦੇ ਨਾਲ, ਤੇ ਉਹ ਕਹਿ ਰਹੇ ਸੀ ਕਿ ਹੁਣ ਇਹ ਜਦੋਂ ਚੰਦ ਨਿਕਲੇਗਾ ਉਦੋਂ ਪਤਾ ਲੱਗੇਗਾ ਕਿ ਇਸ ਵਾਰ 3 ਰੋਜ਼ੇ ਨੇ ਜਾਂ ਫਿਰ 29 ਹੋਣਗੇ। ਤੇ ਇਸ ਦਾ ਕਿਵੇਂ ਪਤਾ ਲੱਗਦਾ? ਮੈਡਮ, ਇਹ ਜਿਹੜਾ ਚੰਦ ਹੁੰਦਾ ਇਹ ਵੀ ਅੱਲਾ ਦਾ ਇੱਕ ਹੁਕਮ ਆ। ਅੱਲਾ ਦਾ ਹੁਕਮ ਹੋਊਗਾ ਕਿ ਜਿਸ ਵਕਤ ਚੰਦ ਹੋ ਜਾਊਗਾ, ਇੱਕ ਨਿਸ਼ਾਨੀ ਹੈ ਇਹ। ਇਸ ਨੂੰ ਦੇਖ ਕੇ ਈਦ ਮਨਾਈ ਜਾਂਦੀ ਹੈ, ਇਸ ਨੂੰ ਦੇਖ ਕੇ ਬਕਰਾ ਈਦ ਮਨਾਈ ਜਾਂਦੀ ਹੈ, ਇਸ ਨੂੰ ਦੇਖ ਕੇ ਮੁਹर्रम ਮਨਾਇਆ ਜਾਂਦਾ। ਹਰ ਇੱਕ ਤਿਉਹਾਰ ਚੰਦ ਨੂੰ ਦੇਖ ਕੇ ਮਨਾਇਆ ਜਾਂਦਾ, ਸਾਡੀ ਨਿਸ਼ਾਨੀ ਆ। ਔਰ ਜਦ ਚੰਦ ਦਾ ਹਿਸਾਬ ਹੁੰਦਾ ਤਾਂ ਅਗਰ 29 ਦਾ ਚੰਦ ਹੁੰਦਾ ਤਾਂ 30 ਨੂੰ ਈਦ ਮਨਾ ਲਿੱਤੀ ਜਾਂਦੀ ਹੈ। ਇਸ ਕਰਕੇ ਇਸ ਮਰ ਤੋਂ ਪੂਰੇ 30 ਰੋਜ਼ੇ ਨੇ, ਕਿਉਂਕਿ ਸਾਨੂੰ ਪਤਾ ਲੱਗ ਜਾਂਦਾ ਕਿ ਅਗਰ ਸਾਊਦੀਆ 'ਚ ਈਦ ਹੋਗੀ ਤਾਂ ਉਸ ਤੋਂ ਅਗਲੇ ਦਿਨ ਸਾਡੀ ਈਦ ਮਨਾਈ ਜਾਊਗੀ ਹਿੰਦੁਸਤਾਨ 'ਚ। ਅਗਰ ਸਾਊਦੀਆ ਈਦ ਨਹੀਂ ਹੋਈ ਤਾਂ ਉੱਥੇ ਵੀ ਈਦ ਨਹੀਂ ਹੋਗੀ ਸਾਡੇ। ਇਸ ਕਰਕੇ
ਅਸੀਂ ਪਤਾ ਕਰ ਲੈਂਦੇ ਹਾਂ, ਸਾਰਿਆਂ ਨੂੰ ਪਤਾ ਹੀ ਆ ਕਿ ਸਾਊਦੀ ਈਦ ਹੋਗੀ ਤਾਂ ਇੱਥੇ ਈਦ ਹੋਊਗੀ, ਅਗਰ ਸਾਊਦੀ ਈਦ ਨਹੀਂ ਤਾਂ ਫਿਰ ਉੱਥੇ ਵੀ ਉਰੇ ਹਿੰਦੁਸਤਾਨ 'ਚ ਵੀ ਈਦ ਨਹੀਂ। ਇਸ ਕਰਕੇ ਪੂਰੇ 30 ਰੋਜ਼ੇ ਨੇ। ਇਹ ਚੰਦ ਦਾ ਹਿਸਾਬ ਇਸ ਕਰਕੇ ਹੁੰਦਾ, ਇਹ ਤਾਰੀਖਾਂ ਹੁੰਦੀਆਂ ਨੇ, ਇਸਲਾਮੀ ਤਾਰੀਖਾਂ ਹੁੰਦੀਆਂ ਨੇ। ਇਸਲਾਮ ਜਿਸ ਤਰ੍ਹਾਂ ਆਪਣੇ ਵੀਰੇ ਨੇ ਦੱਸਿਆ ਕਿ ਇਸਲਾਮਿਕ ਮਹੀਨੇ ਦੇ ਮੁਤਾਬਿਕ ਹੀ ਅਸੀਂ ਹਰ ਇੱਕ ਚੀਜ਼ ਦਾ ਯਾਨੀ ਆਪਣੀ ਜ਼ਿੰਦਗੀ 'ਚ ਉਸਨੂੰ ਲੈ ਕੇ ਆਉਂਦੇ ਹਾਂ। ਫਰਵਰੀ ਮਾਰਚ ਇਸ ਤਰ੍ਹਾਂ ਦੇ ਹੁੰਦੇ ਨੇ ਨਾ ਜੀ। ਇਹ ਜਿਹੜਾ ਚੰਦ ਦਾ ਹੈਗਾ ਨਾ, ਇੱਕ ਮਹੀਨੇ ਨੂੰ ਚੇਂਜ ਕਰਨ ਵਾਸਤੇ ਵੀ ਨੈਕਸਟ ਮੰਥ ਜਿਹੜਾ ਹੈਗਾ ਉਹ ਚੰਦ ਦੇ ਨਾਲ ਹੈ। ਜਦੋਂ ਚੰਦ ਛੁਪ ਜਾਏਗਾ ਦੁਬਾਰਾ ਨਿਕਲੇਗਾ, ਉਸ ਤੋਂ ਬਾਅਦ ਦੂਸਰਾ ਮਹੀਨਾ ਸ਼ੁਰੂ ਹੋ ਜਾਏਗਾ। ਜਿਹੜਾ ਇਸਲਾਮਿਕ ਮਹੀਨਾ ਹੁੰਦਾ ਹੈ ਉਹ 29 ਦਿਨ ਦਾ ਹੁੰਦਾ ਜਾਂ 30 ਦਿਨ ਦਾ ਹੁੰਦਾ। ਅਗਰ ਅੱਜ ਚੰਦ ਹੋ ਜਾਂਦਾ ਹੈ, ਅੱਜ 29ਵਾਂ ਰੋਜ਼ਾ ਹੈ, ਅਗਰ ਅੱਜ ਚੰਦ ਹੋ ਜਾਂਦਾ ਤਾਂ ਕੱਲ੍ਹ ਨੂੰ ਈਦ ਹੋ ਸਕਦੀ ਹੈ। ਅਗਰ ਅੱਜ ਨਹੀਂ ਹੋਇਆ ਤਾਂ ਫਿਰ ਡੈਫੀਨੇਟਲੀ ਹੈ ਵੀ 30 ਰੋਜ਼ੇ ਹੀ ਹੋਣਗੇ। 31 ਦਾ ਮਹੀਨਾ ਹੁੰਦਾ ਹੀ ਨਹੀਂ ਇਸਲਾਮਿਕ, 29 ਔਰ 30 ਦਾ ਤੇ ਪਰਸੋਂ ਨੂੰ ਇਨਸ਼ਾਅੱਲਾ ਮਲੇਰਕੋਟਲੇ 'ਚ ਔਰ ਪੂਰੇ ਇੰਡੀਆ ਦੇ ਵਿੱਚ ਈਦ ਹੋਏਗੀ। ਤੇ ਜਿਵੇਂ ਕਿ ਪੂਰੇ ਵਰਲਡ ਦੇ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਈਦ ਮਨਾਈ ਜਾਂਦੀ ਹੈ ਕਿ ਉਹੀ ਰੂਲਸ ਨੇ ਆਲ ਓਵਰ ਸਾਰੇ ਮੁਸਲਿਮ ਭਾਈਚਾਰੇ ਦੇ ਵਿੱਚ ਜਿੱਥੇ ਵੀ ਜਾਈਏ। ਹਾਂ ਬਿਲਕੁਲ, ਸਾਰੇ ਆਲ ਇੰਡੀਆ 'ਚ ਕੀ ਪੂਰੇ ਵਰਲਡ 'ਚ ਇੱਕੋ ਹੀ ਰੂਲ ਹੈ, ਈਦ ਮਨਾਉਣ ਦਾ ਇੱਕੋ ਹੀ ਤਰੀਕਾ ਹੈ। ਸਾਰੇ ਭਾਈ ਇੱਕ ਦੂਜੇ ਨੂੰ ਈਦ ਪੜ੍ਹ ਕੇ ਗਲੇ ਮਿਲਦੇ ਨੇ ਤੇ ਮੁਬਾਰਕਬਾਦ ਦਿੰਦੇ ਨੇ। ਜੋ ਭੈਣ ਭਾਈ ਪਰਦੇਸਾਂ 'ਚ ਬੈਠੇ ਨੇ ਉਹ ਉਹਨਾਂ ਨੂੰ ਫੋਨ ਤੇ ਆਪਣੇ ਮੁਬਾਰਕਬਾਦ ਦਿੰਦੇ ਨੇ। ਪੂਰੀ ਦੁਨੀਆ 'ਚ ਮੁਸਲਮਾਨਾਂ ਦਾ ਇੱਕੋ ਹੀ ਤਰੀਕਾ ਈਦ ਮਨਾਉਣ ਦਾ, ਈਦ ਮਿਲਣ ਦਾ, ਸਭ ਨੂੰ ਮੁਬਾਰਕਬਾਦ ਦੇਣ ਦਾ। ਔਰ ਜੋ ਭੈਣ ਭਾਈ ਇਕੱਠੇ ਰਹਿੰਦੇ ਨੇ ਉਹ ਖੁਸ਼ੀਆਂ ਮਨਾਉਂਦੇ ਨੇ, ਇਕੱਠੇ ਮਿਠਾਈਆਂ ਖਾਂਦੇ ਨੇ, ਸੇਮੀਆਂ ਜੈਸੇ ਕਿ ਭਾਈ ਸਾਹਿਬ ਨੇ ਦੱਸਿਆ ਦਾ, ਖੀਰ ਘਰ 'ਚ ਮਿੱਠੀਆਂ ਚੀਜ਼ਾਂ ਬਣਾਉਂਦੇ ਨੇ। ਤਾਂ ਸਾਰੇ ਈਦ ਇਕੱਠੇ ਮਨਾਉਂਦੇ ਨੇ ਤੇ ਗਰੀਬਾਂ ਦੇ ਘਰ ਵੀ ਤਕਸੀਮ ਕਰਦੇ ਹਨ। ਤੋ ਗਰੀਬਾਂ ਨੂੰ ਵੀ ਐਵੇਂ ਸਭ ਭੈਣ ਭਾਈ ਨੂੰ ਇਕੱਠੇ ਰਲ ਮਿਲ ਕੇ ਈਦ ਮਨਾਉਂਦੇ ਹਨ। ਈਦ ਦੀਆਂ ਖੁਸ਼ੀਆਂ 'ਚ ਸਭ ਬਰਾਬਰ ਸ਼ਰੀਕ ਹਨ, ਕੋਈ ਅਮੀਰ ਕੋਈ ਗਰੀਬ, ਛੋਟਾ ਬੜਾ ਕੋਈ ਨਹੀਂ। ਈਦ ਦੀਆਂ ਖੁਸ਼ੀਆਂ ਸਭ ਇਕੱਠੇ ਹੋ ਕੇ ਮਨਾਉਂਦੇ ਹਨ। ਤੇ ਜਿਵੇਂ ਕਿ ਮੁਸਲਿਮ ਭਾਈਚਾਰੇ ਦਾ ਸਭ ਤੋਂ ਵੱਡਾ ਤਿਉਹਾਰ ਹੀ ਈਦ ਹੁੰਦਾ ਆ, ਤੇ ਈਦ ਹੋਰ ਭਾਈਚਾਰਿਆਂ ਨੂੰ ਜਾਂ ਹੋਰ ਲੋਕਾਂ ਨੂੰ ਕੀ ਸੰਦੇਸ਼ ਦਿੰਦਾ ਹੈ? ਈਦ ਇਹੀ ਸੰਦੇਸ਼, ਇਹੀ ਸਾਨੂੰ ਸੰਦੇਸ਼ ਔਰ ਪੈਗਾਮ ਦਿੰਦੀ ਆ ਕਿ ਅਸੀਂ ਹਰ ਇੱਕ ਮੌਕੇ 'ਤੇ ਇਕੱਠੇ ਹੋਈਏ, ਚਾਹੇ ਹਿੰਦੂ ਹੋਵੇ, ਚਾਹੇ ਮੁਸਲਮਾਨ ਹੋਵੇ, ਸਿੱਖ ਹੋਵੇ, ਈਸਾਈ ਹੋਵੇ। ਤਿਉਹਾਰ ਇੱਕ ਮਿਲਣ ਦਾ ਨਾਮ ਆ ਵੀ ਇਸ ਦੇ ਅੰਦਰ ਆਪਾਂ ਇੱਕ ਦੂਸਰੇ ਨਾਲ ਮਿਲਨ ਕਰੀਏ। ਉਹ ਸਾਡੇ ਘਰ ਦੀਵਾਲੀ ਨੂੰ ਡੱਬਾ ਦੇ ਕੇ ਜਾਂਦੇ ਨੇ, ਦੁਸਹਿਰੇ ਨੂੰ ਡੱਬਾ ਦਿੰਦੇ ਨੇ, ਤਾਂ ਸਾਡਾ ਫਰਜ਼ ਵੀ ਬਣਦਾ ਕਿ ਅਸੀਂ ਉਹਨਾਂ ਨੂੰ ਈਦ ਦੇ ਅੰਦਰ ਸ਼ਾਮਿਲ ਕਰੀਏ। ਔਰ ਈਦ ਦੇ ਅੰਦਰ ਖਾਸ ਕਰ ਜਦ ਈਦ ਦੀ ਨਮਾਜ਼ ਹੁੰਦੀ ਆ ਉਸ ਤੋਂ ਪਹਿਲਾਂ ਅਸੀਂ ਇੱਕ ਫਿਤਰਾਨਾ ਅਦਾ ਕਰਦੇ ਹਾਂ। ਉਹ ਗਰੀਬਾਂ ਦਾ ਹੱਕ ਹੁੰਦਾ। ਇੱਕ ਬੰਦੇ ਦੇ ਉੱਪਰ ਫਿਤਰਾਨੇ ਦੀ ਕੀਮਤ 50 ਰੁਪਏ ਹੈ। ਯਾਨੀ ਅਗਰ 10 ਮੈਂਬਰ ਨੇ, ਉਹ 50 ਦੇ ਮੁਤਾबिक 10 ਮੈਂਬਰਾਂ ਦੇਖ ਲਓ ਕਿੰਨਾ ਬਣ ਗਿਆ, 500 ਰੁਪਏ ਬਣ ਗਿਆ। ਉਹ 500 ਰੁਪਏ ਗਰੀਬ ਨੂੰ ਦੇਣਾ ਉਹ ਸਮਝ ਲਓ ਆਏ ਹੁੰਦਾ। ਉਹ ਫਿਤਰਾਨਾ ਉਸ ਨੂੰ ਕਿਹਾ ਜਾਂਦਾ ਹੁੰਦਾ ਕਿ ਆਪਣੇ ਜਿਹੜੇ ਗਰੀਬ ਨੇ ਵਿਚਾਰੇ ਈਦ ਦੀਆਂ ਖੁਸ਼ੀਆਂ 'ਚ ਨਹੀਂ ਸ਼ਾਮਿਲ ਹੋ ਸਕਦੇ, ਉਹਨਾਂ ਦੀ ਵੀ ਤਮੰਨਾਵਾਂ ਨੇ ਅੱਛੇ ਕੱਪੜੇ ਪਹਿਨਣ ਦੀਆਂ, ਉਹਨਾਂ ਦੀ ਵੀ ਤਮੰਨਾਵਾਂ ਨੇ ਕਿ ਅਸੀਂ ਕੁਝ ਖਾਈਏ ਪੀਏ। ਤਾਂ ਹਰ ਇੱਕ ਬੰਦਾ ਈਦ ਦੀ ਨਮਾਜ਼ ਤੋਂ ਪਹਿਲਾਂ 50 ਰੁਪਏ ਜ਼ਰੂਰ ਕੱਢੂਗਾ, ਚਾਹੇ ਉਸਦੇ 10 ਮੈਂਬਰ ਨੇ ਕਰਦੇ, ਚਾਹੇ 5 ਮੈਂਬਰ ਨੇ, ਚਾਹੇ 3 ਮੈਂਬਰ ਨੇ। ਜਿਸ ਮੁਤਾਬਕ 50 ਦੇ ਹਿਸਾਬ ਨਾਲ ਜੋ ਵੀ ਆਪਣੀ ਰਕਮ ਬੈਠੂਗੀ ਉਹ ਗਰੀਬ ਨੂੰ ਈਦ ਦੀ ਨਮਾਜ਼ ਤੋਂ ਪਹਿਲਾਂ ਆਪਾਂ ਨੇ अदा कर देनी है ताकि वो भी ईद दी खुशियों से शामिल हो सके। और फितराना ये नहीं कि सिर्फ मुसलमान ही देना, किसी भी ज़रूरतमंद नूं दे सकते हैं, चाहे वो हिंदू होवे, चाहे मुसलमान होवे, चाहे सिख होवे, चाहे ईसाई होवे। यानी ईद यही पैगाम लेके आउंदी आ कि आपां नूं एक बन के एक हो के दुनिया 'च रहना चाहिए। ਤੇ ਜਿਵੇਂ ਕਿ ਤੁਸੀਂ ਦੱਸਿਆ ਕਿ ਇਹ ਫਿਤਰਾਨਾ ਵਾਲਾ ਜਿਹੜਾ ਨਾ ਰੂਲ ਹੈ ਕਿ ਉਹ ਹੈ, ਇਸ ਤੋਂ ਇਲਾਵਾ ਈਦ ਦੇ ਵਿੱਚ ਹੋਰ ਇਸ ਤਰ੍ਹਾਂ ਦੀਆਂ ਕਿਹੜੀਆਂ ਹੋਰ ਰਸਮਾਂ ਨੇ ਜਿਹੜੀਆਂ ਤੁਸੀਂ ਅਦਾ ਕਰਦੇ ਹੋ? ਜਕਾਤ ਸਦਕਾ, ਹਾਂਜੀ, ਜਿਵੇਂ ਜਕਾਤ ਦਿੱਤੀ ਜਾਂਦੀ ਹੈ। ਈਦ ਤੋਂ ਪਹਿਲਾਂ ਰੋਜ਼ੇ ਦੇ ਸਾਡਾ ਫਰਜ਼ ਹੁੰਦਾ ਵੀ ਜਕਾਤ ਕੱਢਣੀ ਪੈਂਦੀ ਹੈ। ਜਿੰਨਾ ਆਪਣੇ ਕੋਲ ਮਾਲ ਹੈ ਉਹਦੀ ਜਕਾਤ ਕੱਢਣੀ ਪੈਂਦੀ ਹੈ। ਉਹਦੇ ਬਾਅਦ ਸਦਕਾ ਹੁੰਦਾ, ਸਦਕੇ ਤੋਂ ਬਾਅਦ ਫਿਰ ਫਿਤਰਾਨਾ ਹੋਇਆ। ਜਿਵੇਂ ਇਹਨਾਂ ਨੇ ਦੱਸਿਆ ਵੀ ਹਰ ਬੰਦੇ ਦੇ 50 ਰੁਪਏ ਫਰਜ਼ ਹੈ, ਉਹ ਕਿਸੇ ਵੀ ਜ਼ਰੂਰਤਮੰਦ ਨੂੰ ਦਿੱਤਾ ਜਾਂਦਾ। ਕੋਈ ਆਪਣਾ ਪੜੋਸੀ ਹੋਵੇ, ਪਹਿਲਾਂ ਆਪਣਾ ਪੜੋਸ ਦੇਖੋ, ਪੜੋਸ ਤੋਂ ਬਾਅਦ ਕੋਈ ਆਪਣਾ ਵਾਲਾ ਕੋਈ ਗਵਾਂਢੀ ਹੈ, ਫਿਰ ਉਹਦੇ ਬਾਅਦ ਜਿਹੜਾ ਕੋਈ ਗਰੀਬ ਹੈ ਤੁਸੀਂ ਉਹਨੂੰ ਦੇ ਸਕਦੇ ਹੋ, ਕਿਉਂਕਿ ਉਹ ਵੀ ਆਪਣੇ ਜਿਹੜੀਆਂ ਖੁਸ਼ੀਆਂ ਦੇ ਵਿੱਚ ਸ਼ਾਮਿਲ ਹੋ ਸਕੇ। ਇਹਦੇ ਵਿੱਚ ਐਂ ਨਹੀਂ ਕੋਈ ਕਿਸੇ 'ਚ ਕੋਈ ਫਰਕ ਨਾ ਰੱਖੇ, ਸਾਰੇ ਈਦ ਵਧੀਆ ਤਰੀਕੇ ਨਾਲ ਬਣਾਉਣ। ਕੋਈ ਐਂ ਨਾ ਕਹੇ ਵੀ ਉਹ ਇੰਨੇ ਸੋਹਣੇ ਵਧੀਆ ਕੱਪੜੇ ਪਾਈ ਬੈਠਾ ਵੀ ਮੈਂ ਵੀ ਪਾਵਾਂ। ਜਿਹੜੀ ਉਹਨਾਂ ਦੀ ਖੁਆਇਸ਼ ਆ ਉਹ ਦਿਲ ਦੇ ਵਿੱਚ ਰਹਿ ਜਾਂਦੀ ਆ। ਫਿਰ ਉਹ ਜਿਹੜੇ ਫਿਤਰਾਨਾ ਹੁੰਦਾ ਜਾਂ ਜਕਾਤ ਦਿੰਦੇ ਆ ਤਾਂ ਉਹ ਬੱਚਿਆਂ ਨੂੰ ਦਿੱਤੀ ਜਾਂਦੀ ਹੈ। ਬੱਚੇ ਵਧੀਆ ਕੱਪੜੇ ਪਾਉਂਦੇ ਆ, ਪਹਿਨਦੇ, ਫਿਰ ਸਾਰੇ ਇੱਕ ਦੂਜੇ ਨਾਲ ਵਧੀਆ ਈਦ ਮਨਾਉਂਦੇ ਆ। इन्होंने ज़कात की बात की है, जिस तरह के अपने गौरमेंट के भी अपने पर टैक्स होंगे ने ना जी, कोई GST वगैरह कोई किस तरह टैक्स है। इस्लाम दे विच एक ही टैक्स है, मतलब हर मुसलमान नूं जिहड़ा साहिब हैसियत है, मतलब जिस बंदे कोल इन्नी ताकत हैगी है कि वो ज़कात वो दस्सिया होया तरीका भी किन्ने माल दे उपर थोड़ी ज़कात फर्ज बनदी है देनी है। जिहड़ी साडी इनकम है या साडे कोल जेवर है
ਜਾਂ ਸਾਡੀ ਜਿਹੜੀ ਸਾਲ ਦੀ ਇਨਕਮ ਇਕੱਠੀ ਹੋਈ ਹੈ ਉਸ ਦੇ ਉੱਪਰ ਅਸੀਂ ਲੱਖ 2 ਲੱਖ ਜਿੰਨੀ ਵੀ ਹੈ ਉਹਦੇ ਪਰ ਅਸੀਂ 2.5% ਹੈ ਜਿਹੜੀ 2.5% ਅਸੀਂ ਗਰੀਬਾਂ ਨੂੰ ਦੇਣਾ ਹੈ ਉਹਦੇ ਵਿੱਚੋਂ। ਇਹਨੂੰ ਜ਼ਕਾਤ ਕਿਹਾ ਜਾਂਦਾ ਹੈ। ਇੱਕ ਮਤਲਬ ਜਿਸ ਤਰ੍ਹਾਂ ਟੈਕਸ ਹੈ, ਇਹ ਵੀ ਸਾਡੇ ਵਰ ਇੱਕ ਟੈਕਸ ਹੈ, ਤਾਂ ਕਿ ਜਿਹੜੀ ਮਾਸ਼ਰੇ ਦੇ ਵਿੱਚੋਂ ਮਤਲਬ ਸ਼ਹਿਰ ਦੇ ਵਿੱਚੋਂ ਆਪਣੇ ਜਿਹੜੀ ਗਰੀਬੀ ਉਹ ਖਤਮ ਹੋ ਸਕੇ। ਜਿੱਥੇ ਇਸਲਾਮ ਕਿਸੇ ਵੀ ਚੀਜ਼ ਬਾਰੇ ਗੱਲ ਕਰਦਾ ਹੈ, ਇਸਲਾਮ ਤਾਂ ਸਭ ਤੋਂ ਪਹਿਲਾਂ ਉੱਥੇ ਗਰੀਬਾਂ ਦਾ ਹੱਕ ਪਹਿਲਾਂ ਕੀਤਾ ਹੈ। ਕੋਈ ਵੀ ਤਿਉਹਾਰ ਹੈ, ਜਿਸ ਤਰ੍ਹਾਂ ਕਿ ਅਸੀਂ ਕੁਰਬਾਨੀ ਵੀ ਕਰੀਏ, ਚਾਹੇ ਰੋਜ਼ ਈਦ ਮਨਾਈਏ, ਅਗਲੀ ਈਦ ਜਿਹੜੀ ਹੈਗੀ ਈਦ ਉਲ ਅਜ਼ਹਾ ਕਿਹਾ ਜਾਂਦਾ, ਕੁਰਬਾਨੀ ਵਾਲੀ ਈਦ, ਉਹਦੇ ਵਿੱਚ ਸਾਨੂੰ ਵੀ ਦੱਸਿਆ ਗਿਆ ਵੀ ਅਗਰ ਤੁਸੀਂ ਇੱਕ ਜਾਨਵਰ ਜ਼ਿਬਾ ਕਰਨਾ ਹੈ, ਕੁਰਬਾਨੀ ਕਰਨੀ ਹੈ, ਤਾਂ ਉਹਦੇ ਵਿੱਚ ਤੁਸੀਂ ਆਪਣੇ 3 ਹਿੱਸੇ ਪਾਓ। ਇੱਕ ਆਪਣਾ ਹਿੱਸਾ ਰੱਖੋ, ਹਾਂਜੀ, ਇੱਕ ਰਿਸ਼ਤੇਦਾਰਾਂ ਦਾ, ਇੱਕ ਗਰੀਬਾਂ ਦਾ। ਹਰ ਜਗ੍ਹਾ ਗਰੀਬਾਂ ਨੂੰ ਪਹਿਲਾਂ ਰੱਖਿਆ ਗਿਆ ਵੀ ਤਾਂ ਕਿ ਮੁਆਸ਼ਰੇ ਦੇ ਵਿੱਚੋਂ ਗਰੀਬੀ ਖਤਮ ਹੋ ਜਾਵੇ। ਜ਼ਕਾਤ ਦਾ ਜਿਹੜਾ ਮੇਨ ਮਸਲਾ ਹੈ, ਮਕਸਦ ਇਹ ਹੈ ਵੀ ਜੋ ਬੰਦੇ ਗਰੀਬ ਨੇ, ਜੋ ਆਪਣੇ ਕਾਰੋਬਾਰ ਦੇ ਵਿੱਚ ਨਹੀਂ ਸਟੈਂਡ ਹੋ ਰਹੇ, ਵੀ ਉਹਨਾਂ ਨੂੰ ਸਟੈਂਡ ਕੀਤਾ ਜਾਵੇ ਔਰ ਅਗਲੀ ਵਾਰ ਉਹ ਖੁਦ ਆਪਣੀ ਮਾਲ ਦਾ ਜ਼ਕਾਤ ਦੇਣ ਵਾਲੇ ਬਣ ਜਾਣ। ਇਹਨੂੰ ਜ਼ਕਾਤ ਕਿਹਾ ਜਾਂਦਾ ਹੈ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਬੜੀ ਵੱਡਮੁੱਲੀ ਜਾਣਕਾਰੀ ਹੈ ਜਿਹੜੀ ਸਾਡੇ ਨਾਲ ਸਾਂਝੀ ਕੀਤੀ ਹੈ। ਧਰਮ ਭਾਵੇਂ ਕੋਈ ਵੀ ਹੋਵੇ, ਸਿੱਖ ਹੋਵੇ, ਹਿੰਦੂ ਹੋਵੇ ਜਾਂ ਫਿਰ ਮੁਸਲਿਮ ਭਾਈਚਾਰਾ, ਇਹੀ ਸੰਦੇਸ਼ ਦਿੰਦੇ ਨੇ ਕਿ ਅਸੀਂ ਕਿਵੇਂ ਆਪਸੀ ਭਾਈਚਾਰਾ ਬਣਾ ਕੇ ਰੱਖਣਾ, ਕਿਵੇਂ ਏਕਤਾ ਬਣਾ ਕੇ ਰੱਖਣੀ ਹੈ। ਜਿਵੇਂ ਸਿੱਖ ਭਾਈਚਾਰੇ ਦੇ ਵਿੱਚ ਦਸਵੰਧ ਕੱਢਣ ਦਾ ਰਿਵਾਜ ਹੈ, ਉਵੇਂ ਹੀ ਮੁਸਲਿਮ ਭਾਈਚਾਰੇ ਦੇ ਵਿੱਚ ਜ਼ਕਾਤ ਦੀ ਜਿਹੜੀ ਰਿਵਾਜ ਹੈ ਉਹ ਬਹੁਤ ਹੀ ਵਧੀਆ ਇੱਕ ਜਿਹੜੀ ਪ੍ਰੇਰਨਾ, ਇੱਕ ਮਿਸਾਲ ਦਿੰਦੀ ਹੈ। ਤੇ ਹੁਣ ਈਦ ਨੂੰ ਬਹੁਤ ਹੀ ਘੱਟ ਸਮਾਂ ਬਾਕੀ ਰਹਿ ਗਿਆ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਈਦ ਵਾਲੇ ਦਿਨ ਵੀ ਅਸੀਂ ਇੱਥੇ ਜ਼ਰੂਰ ਆਵਾਂਗੇ ਤੇ ਮੁਸਲਿਮ ਭਾਈਚਾਰੇ ਦੇ ਨਾਲ ਮਿਲ ਕੇ ਈਦ ਮਨਾਵਾਂਗੇ ਤੇ ਸੇਵਈਆਂ ਵੀ ਜ਼ਰੂਰ ਖਾਵਾਂਗੇ। ਨਿਊਜ਼ ਸਪੌਟ ਟੀਵੀ ਦੇ ਵਿੱਚ ਫਿਲਹਾਲ ਲਈ ਸਿਰਫ ਇੰਨਾ ਹੀ। ਮੈਨੂੰ ਦਿਓ ਇਜਾਜ਼ਤ।